Myself, Gagandeep Garg, lecturer in physics, Government Senior Secondary School, Boys, Sangrur. Today's our topic is Bayfront and its types. Huygens principle with idea of questions. हाँ जी, ਆਪਾਂ ਲਾਈਟ ਦੀ ਗੱਲ ਕਰਾਂਗੇ। ਲਾਈਟ ਹੈਜ਼ ਡਿਊਲ ਨੇਚਰ, ਪਾਰਟੀਕਲ ਨੇਚਰ ਐਸ ਵੈਲ ਐਸ ਵੇਵ ਨੇਚਰ। ਜੋ ਆਪਾਂ ਨੂੰ ਟੌਪਿਕ ਮਿਲਿਆ ਦਾ ਉਸ ਦੇ ਵਿੱਚ ਕੀ ਹੈ, ਆਪਾਂ ਲਾਈਟ ਨੂੰ ਵੇਵ ਨੇਚਰ ਮੰਨ ਕੇ ਚੱਲਾਂਗੇ। ਹਾਈਜ਼ਨ ਨਾਂ ਦੇ ਸਾਇੰਟਿਸਟ ਨੇ ਜੋ ਫਿਨੋਮੇਨਾ ਐਕਸਪਲੇਨ ਕੀਤੇ, ਡਿਫਰੈਕਸ਼ਨ, ਪੋਲਰਾਈਜੇਸ਼ਨ, ਇੰਟਰਫੇਰੈਂਸ, ਉਹ ਪਾਰਟੀਕਲ ਨੇਚਰ ਮੰਨ ਕੇ ਐਕਸਪਲੇਨ ਨਹੀਂ ਕੀਤੇ ਜਾ ਸਕਦੇ ਸੀ। ਉਸਨੇ ਫਿਰ ਆਪਣੀ ਇੱਕ ਵੇਵ ਥਿਊਰੀ ਬਣਾਈ। ਵੇਵ ਥਿਊਰੀ ਨੂੰ ਐਕਸਪਲੇਨ ਕਰਨ ਦੇ ਲਈ ਇੱਕ ਪ੍ਰਿੰਸੀਪਲ ਬਣਾਇਆ, ਹਾਈਜਨਸ ਪ੍ਰਿੰਸੀਪਲ, ਤੇ ਉਸ ਦੇ ਵਿੱਚ ਇੱਕ ਟਰਮ ਯੂਜ਼ ਕੀਤੀ ਬੇਫਰੰਟ। ਤਾਂ ਆਪਾਂ 1 ਬਾਏ 1 ਡਿਸਕਸ ਕਰਾਂਗੇ ਜੀ। ਸਭ ਤੋਂ ਪਹਿਲਾਂ ਆਪਣੇ ਮਾਈਂਡ ਦੇ ਵਿੱਚ ਇਹ ਗੱਲ ਫਿੱਟ ਕਰਨੀ ਹੈ ਆਪਾਂ ਨੇ ਕਿ ਆਪਾਂ ਲਾਈਟ ਨੂੰ ਕੀ ਮੰਨ ਕੇ ਚੱਲ ਰਹੇ ਹਾਂ ਜੀ, ਉਰੇ ਵੇਵ ਮੰਨ ਕੇ ਚੱਲ ਰਹੇ ਹਾਂ। ਹਾਂਜੀ, ਬੇਫਰੰਟ। A wavefront is a source or line in the path of a wave motion on which the disturbances at every point have the same phase. ਕਹਿੰਦਾ ਵੇਵਫਰੰਟ ਇੱਕ ਸਰਫੇਸ ਹੋ ਸਕਦਾ ਹੈ, ਲਾਈਨ ਹੋ ਸਕਦੀ ਹੈ। ਕਿੱਥੇ ਹੋ ਸਕਦੀ ਹੈ? ਜਦੋਂ ਵੇਵ ਮੋਸ਼ਨ ਜਾ ਰਹੀ ਹੈ ਉਹਦੀ ਡਿਸਟਰਬੈਂਸ ਦੇ ਵਿੱਚ ਹੋਏਗੀ, ਜਿਨ੍ਹਾਂ ਦਾ ਸਿਰਫ ਫੇਜ਼ ਹੋਏਗਾ, ਜਾਂ ਆਪਾਂ ਕਹਿ ਲਓ ਸੋਰਸ ਤੋਂ ਸੇਮ ਡਿਸਟੈਂਸ ਹੋਏਗੀ। ਆਪਾਂ ਇੱਥੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਜੀ। ਇਹ ਆਪਣਾ ਕੀ ਹੈ ਜੀ, ਪੁਆਇੰਟ ਸੋਰਸ ਹੈ। ਪੁਆਇੰਟ ਸੋਰਸ, ਇਸ ਤੋਂ ਵੇਵ ਚੱਲ ਰਹੀ ਹੈ ਜੀ, ਲਾਈਟ ਜਾ ਰਹੀ ਹੈ ਇਸ ਤਰ੍ਹਾਂ। ਲਾਈਟ ਆਪਾਂ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਇੱਕ ਵੇਵ ਦੀ ਫਾਰਮ 'ਚ ਟਰੈਵਲ ਕਰ ਰਹੀ ਹੈ। ਇਨ ਦਿਸ ਵੇ ਇਹ ਮੂਵ ਕਰ ਰਹੀ ਹੈ ਜੀ। ਨਾਓ ਸੈਕੰਡ ਵੇਵਸ, let us take second wave. This is also moving like this one and so on. And third wave is also moving. And fourth wave ਆਪਾਂ ਇਹ 4 ਵੇਵਸ ਮੰਨੀਆਂ ਨੇ, ਇਹਦੇ ਵਿੱਚ ਕਰੋੜਾਂ ਅਰਬਾਂ ਵੇਵਸ ਹੋਣੀਆਂ ਨੇ। ਠੀਕ ਹੈ ਜੀ। 2 ਡਾਈਮੈਂਸ਼ਨਲ ਦੇ ਵਿੱਚ ਆਪਾਂ ਐਵੇਂ ਸ਼ੋ ਕਰਾਂਗੇ, 3 ਡਾਈਮੈਂਸ਼ਨਲ ਦੇ ਵਿੱਚ ਆਸੇ ਪਾਸੇ 3 ਡਾਈਮੈਂਸ਼ਨ ਦੇ ਵਿੱਚ ਵੇਵ ਮੂਵ ਕਰਨਗੇ ਜੀ। ਤਾਂ ਆਪਾਂ ਇਹਦੇ ਵਿੱਚੋਂ ਇੱਕ ਪਾਰਟੀਕਲ ਚੂਜ਼ ਕਰਾਂਗੇ ਜਿਨ੍ਹਾਂ ਦਾ ਡਿਸਟੈਂਸ ਸੋਰਸ ਤੋਂ ਇੱਕੋ ਜਿਹਾ, ਮਤਲਬ ਇੱਕ ਪੁਆਇੰਟ ਇਹ ਚੂਜ਼ ਕਰ ਲਿਆ, ਦੂਸਰਾ ਪੁਆਇੰਟ ਇਹ ਚੂਜ਼ ਕਰ ਲਿਆ, ਤੀਸਰਾ ਪੁਆਇੰਟ ਇਹ ਚੂਜ਼ ਕਰ ਲਿਆ, ਤੇ ਚੌਥਾ ਪੁਆਇੰਟ ਇਹ ਚੂਜ਼ ਕਰ ਲਿਆ। ਪੁਆਇੰਟ ਚੂਜ਼ ਕਰਨ ਤੋਂ ਬਾਅਦ ਇਹਨਾਂ ਪੁਆਇੰਟਾਂ ਨੂੰ ਆਪਾਂ ਮਿਲਾ ਦਾਂਗੇ ਜੀ। ਇਹ ਚਾਰੇ ਚਾਰੇ ਆਪਾਂ ਪੁਆਇੰਟ ਮਿਲਾਤੇ, ਜੋ ਆਪਣੇ ਲਈ ਲੋਕਸ ਆ ਗਿਆ, that is called ਵੇਵ ਫਰੰਟ। ਇਹ ਪਹਿਲਾ ਵੇਵ ਫਰੰਟ ਆ ਗਿਆ ਜੀ। ਇਸੇ ਤਰ੍ਹਾਂ ਆਪਾਂ ਦੂਸਰੇ ਹੋਰ ਪੁਆਇੰਟ ਚੱਕ ਲਾਂਗੇ ਜੀ, ਕੋਈ ਜਿਨ੍ਹਾਂ ਦੀ ਸੇਮ ਡਿਸਟੈਂਸ ਹੈ, 1 2 3 4 5। ਫਿਰ ਇਹਨਾਂ 5 ਦੇ 5 ਪੁਆਇੰਟਸ ਨੂੰ ਆਪਾਂ ਮਿਲਾਉਣ ਦੀ ਕੋਸ਼ਿਸ਼ ਕਰਾਂਗੇ ਜੀ, ਇਸ ਤਰ੍ਹਾਂ ਹੀ। ਠੀਕ ਹੈ ਜੀ। ਇਹ ਆਪਣਾ ਸੈਕੰਡਰੀ ਵੇਵ ਫਰੰਟ ਆ ਜਾਏਗਾ। ਇਸੇ ਤਰ੍ਹਾਂ ਥਰਡ ਟਾਈਪ ਆਪਾਂ ਕਹ ਲਓ, ਇਹਨਾਂ ਪੁਆਇੰਟਾਂ ਨੂੰ ਚੂਜ਼ ਕਰਾਂਗੇ, थर्ड, फोर्थ,
ਜਿਨ੍ਹਾਂ ਦੀ ਡਿਸਟੈਂਸ ਸੋਰਸ ਤੋਂ ਫਿਕਸ ਹੈ ਜੀ। ਕਹਿਣ ਦਾ ਮਤਲਬ ਇੱਕੋ ਜੀ ਹੈ। ਫਿਰ ਆਪਾਂ ਇਹਨਾਂ ਨੂੰ ਮਿਲਾ ਦਾਂਗੇ ਜੀ। ਆਪਾਂ ਇਹ ਮਿਲਾਉਣ ਤੋਂ ਬਾਅਦ ਆਪਣੇ ਵਿੱਚ ਤਰਸ਼ਰੀ ਬੇਫਰੰਟ ਆ ਜਾਏਗਾ ਐਂਡ ਸੋਨ। ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਰੇਜ਼ ਦੀ ਗੱਲ ਕਰਾਂਗੇ। ਇੱਕ ਲਾਈਨ ਡਰਾ ਕਰਾਂਗੇ, ਇੱਕਦਮ ਸਟ੍ਰੇਟ ਲਾਈਨ ਡਰਾ ਕਰਾਂਗੇ ਜੀ, that is called ray। ਠੀਕ ਹੈ ਜੀ। ਇਹ ਆਪਾਂ ਸਿਰਫ ਡੈਫੀਨੇਸ਼ਨ ਸਮਝਾਉਣ ਦੇ ਲਈ ਕੀਤਾ ਹੈ। ਨੈਕਸਟ ਆਪਾਂ ਮੂਵ ਕਰਦੇ ਹਾਂ ਜੀ। ਐਗਜ਼ਾਮਪਲ, if a stone is thrown in the river, waves will be formed surrounding that point। ਕਹਿਣ ਦਾ ਮਤਲਬ ਇਹ ਕਿ ਆਪਾਂ ਇੱਕ ਸਟੋਨ ਲੈਤਾ, ਉਹਨੂੰ ਉੱਪਰ ਰਿਵਰ ਚ ਡਿਪ ਕੀਤਾ, waves will be formed surrounding that point। ਆਪਾਂ ਐਗਜ਼ਾਮਪਲ ਲੈ ਰਹੇ ਹਾਂ। ਹਾਂਜੀ, ਇਹ ਆਪਣੇ ਲਈ ਕੀ ਹੈ ਜੀ, ਰਿਵਰ ਹੈ। ਠੀਕ ਹੈ ਜੀ। ਆ ਆਪਣਾ ਸਟੋਨ ਹੈ। ਠੀਕ ਹੈ ਜੀ। ਇਹ ਆਪਾਂ ਕੀ ਕੀਤਾ, ਇਹਦੇ ਵਿੱਚ ਡਿਪ ਕਰਤਾ। ਡਿਪ ਕਰਨ ਤੋਂ ਬਾਅਦ ਕੀ ਹੋਏਗਾ, ਡਿਸਟਰਬੈਂਸ ਕ੍ਰੀਏਟ ਹੋ ਜਾਏਗੀ। ਠੀਕ ਹੈ ਜੀ। ਡਿਸਟਰਬੈਂਸ 3 ਡਾਇਮੈਂਸ਼ਨਲ ਹੈ ਜੀ। ਠੀਕ ਹੈ, ਪਰ ਆਪਾਂ ਸਮਝਾਉਣ ਦੇ ਲਈ 2 ਡਾਇਮੈਂਸ਼ਨਲ ਹੀ ਗੱਲ ਕਰਾਂਗੇ ਜੀ। ਮੰਨ ਲਓ ਆਪਾਂ 4 ਵੇਵਸ ਨੂੰ ਡਿਸਕਸ ਕਰ ਰਹੇ ਹਾਂ ਜੀ। ਠੀਕ ਹੈ ਜੀ। 4 ਵੇਵਸ ਹੋ ਗਈਆਂ ਜੀ। ਇਹਨਾਂ ਦੇ ਸੋਰਸ ਜਿੱਦਾਂ ਆਪਣਾ ਸਟੋਨ ਸਿੱਟਿਆ ਸੀ, ਆਪਾਂ ਨੇ ਸਟੋਨ ਹੈ, ਸਟੋਨ ਤੋਂ ਡਿਸਟੈਂਸ ਫੇਰ ਜਿਨ੍ਹਾਂ ਦਾ ਇੱਕੋ ਜਿਹਾ, ਪਹਿਲਾ ਪੁਆਇੰਟ ਚੂਜ਼ ਕਰ ਲਿਆ, ਦੂਜਾ ਪੁਆਇੰਟ ਚੂਜ਼ ਕਰ ਲਿਆ, ਤੀਜਾ ਪੁਆਇੰਟ ਚੂਜ਼ ਕਰ ਲਿਆ ਤੇ ਚੌਥਾ ਪੁਆਇੰਟ ਚੂਜ਼ ਕਰ ਲਿਆ। ਫਿਰ ਇਹਨਾਂ ਕੀ ਕਰਨਾ ਹੈ ਜੀ, ਜਿਹੜੇ ਪੁਆਇੰਟ ਚੂਜ਼ ਕੀਤੇ ਨੇ ਇਹਨਾਂ ਨੂੰ ਆਪਸ ਚ ਮਿਲਾ ਦਿਓ। ਜਦੋਂ ਇਹ ਪੁਆਇੰਟ ਮਿਲ ਗਏ, ਜਿਹੜਾ ਸਫੀਅਰ ਬਣ ਗਿਆ, ਸਰਕਲ ਬਣ ਗਿਆ, ਕਹਿਣ ਦਾ ਮਤਲਬ 2 ਡਾਇਮੈਂਸ਼ਨ ਦੇ ਵਿੱਚ, ਤਾਂ ਉਹਨੂੰ ਕੀ ਕਵਾਂਗੇ, ਵੇਵ ਫਰੰਟ। ਇਸ ਤਰ੍ਹਾਂ ਆਪਾਂ ਸੈਕਿੰਡ, ਪਹਿਲਾ ਪੁਆਇੰਟ ਚੂਜ਼ ਕਰ ਲਿਆ, ਦੂਸਰਾ ਪੁਆਇੰਟ, ਤੀਸਰਾ ਪੁਆਇੰਟ ਐਂਡ 4th ਪੁਆਇੰਟ। ਫਿਰ ਇਹਨਾਂ ਨੂੰ ਕੀ ਕਰਨਾ, ਆਪਸ ਨੂੰ ਮਿਲਾਉਣਾ ਜੀ ਆਪਾਂ ਨੇ। ਇਹ ਵੀ ਆਪਣੇ ਲਈ ਕੀ ਬਣ ਗਿਆ, ਵੇਵ ਫਰੰਟ ਬਣ ਗਿਆ, ਸੈਕੰਡਰੀ ਵੇਵ ਫਰੰਟ। ਕਲੀਅਰ ਜੀ। The waves look like concentric circles। concentric circle ਕਿਉਂ ਹੈ ਜੀ, ਪਹਿਲੇ ਦਾ ਜਿਹੜਾ ਸੈਂਟਰ ਵੀ ਇੱਕੋ ਇਹ ਹੈ ਤੇ ਦੂਜੇ ਦਾ ਸੈਂਟਰ ਵੀ ਇੱਕੋ ਹੈ। ਜਿਹਨਾਂ ਸੇਮ ਸੈਂਟਰ ਹੋਵੇ ਉਹਨਾਂ ਨੂੰ ਕੀ ਬੋਲਦੇ ਨੇ ਜੀ, concentric circles। they are known as wave fronts। The wavefront gradually spread in all the direction। ਮਤਲਬ ਕਿ ਜੇ ਵੇਵਫਰੰਟ ਨੇ ਉਹ ਲਗਾਤਾਰ ਸਪਰੈਡ ਕਰਨਗੇ। ਆਪਾਂ ਇਹ ਦੇਖਿਆ ਜਦੋਂ ਵੀ ਆਪਾਂ ਕੋਈ ਚੀਜ਼ ਪਾਣੀ ਦੇ ਵਿੱਚ ਡੇਗਦੇ ਹਾਂ, ਵੇਵਸ ਪੈਦਾ ਹੁੰਦੀਆਂ ਨੇ, ਉਹ ਲਗਾਤਾਰ ਇਸ ਤਰ੍ਹਾਂ ਸਪਰੈਡ ਕਰ ਜਾਂਦੀਆਂ ਨੇ। ਡਾਇਰੈਕਸ਼ਨ ਆਫ ਪ੍ਰੋਪੇਗੇਸ਼ਨ, ਹਾਂਜੀ, ਇਹ ਆਪਣਾ ਸੋਰਸ ਹੈ ਜੀ ਆਫ ਡਿਸਟਰਬੈਂਸ। ਪਹਿਲੀ ਵੇਵ ਜਾ ਰਹੀ ਹੈ ਜੀ ਇਸ ਤਰ੍ਹਾਂ ਜਾ ਰਹੀ ਹੈ। ਠੀਕ ਹੈ ਜੀ। ਇਸ ਤਰ੍ਹਾਂ ਸੋ ਮੈਨੀ ਵੇਵਸ ਨੇ। ਠੀਕ ਹੈ ਜੀ। ਇਹਨਾਂ ਉੱਤੇ ਆਪਾਂ ਪੁਆਇੰਟ ਚੂਜ਼ ਕਰਨਾ ਹੈ। ਪਹਿਲਾ ਪੁਆਇੰਟ ਚੂਜ਼ ਕਰ ਲਿਆ, ਦੂਜਾ ਪੁਆਇੰਟ ਚੂਜ਼ ਕਰ ਲਿਆ, ਤੀਜਾ ਪੁਆਇੰਟ ਚੂਜ਼ ਕਰ ਲਿਆ, ਚੌਥਾ, ਪੰਜਵਾਂ, ਛੇਵਾਂ, ਸੱਤਵਾਂ। 7 ਪੁਆਇੰਟ ਆਪਾਂ ਚੂਜ਼ ਕਰ ਲਏ। ਇਹਨਾਂ ਦੀ ਸੋਰਸ ਤੋਂ ਫਿਕਸਡ ਡਿਸਟੈਂਸ ਹੋ ਗਈ, ਸੇਮ ਫੇਜ਼ ਦੇ ਵਿੱਚ ਹੋ ਗਏ। ਇਹਨਾਂ ਸਾਰੇ ਦੇ ਸਾਰੇ ਪੁਆਇੰਟਾਂ ਨੂੰ ਆਪਾਂ ਇਸ ਤਰ੍ਹਾਂ ਮਿਲਾ ਦਾਂਗੇ ਜੀ। ਮਿਲਾਉਣ ਤੋਂ ਬਾਅਦ ਕੀ ਬਣ ਗਈ, ਲਾਈਨ ਬਣ ਗਈ, that is called wavefront। ਪਹਿਲਾ wavefront is primary। Okay, different types of wavefronts। There are 3 types of wavefronts: spherical wavefront, spherical in shape, plane wavefront, linear in shape,
ਸਿਲੰਡਰੀਕਲ ਵੇਵ ਫਰੰਟ, ਸਿਲੰਡਰ ਇਨ ਸ਼ੇਪ। 1 ਬਾय 1 ਆਪਾਂ ਇਹਨਾਂ ਨੂੰ ਡਿਸਕਸ ਕਰਾਂਗੇ ਜੀ। ਤਿੰਨ ਚਾਰ ਅੱਖਰ ਰਹਿਣਗੇ, ਸਫੈਰਿਕਲ, ਪਲੇਨ ਤੇ ਸਿਲੰਡਰੀਕਲ। ਸਫੈਰਿਕਲ ਵੇਵ ਫਰੰਟ, when the source of light is a point source, the wavefront format will be spherical wavefront. Point source means the source of light is so small that it is considered as a point. It can be considered as dimensionless. ਜਦੋਂ ਆਪਾਂ ਪੁਆਇੰਟ ਸੋਰਸ ਲਵਾਂਗੇ ਤਾਂ ਜਿਹੜਾ ਵੇਵਫਰੰਟ ਬਣੇਗਾ ਉਹ ਸਫੀਅਰ ਬਣੇਗਾ, ਤਾਂ ਉਸ ਦਾ ਨਾਮ ਰੱਖਾਂਗੇ ਜੀ ਆਪਾਂ ਸਫੈਰਿਕਲ ਵੇਵਫਰੰਟ। ਪੁਆਇੰਟ ਸੋਰਸ ਦਾ ਮਤਲਬ ਉਹਦੀਆਂ ਜਿਹੜੀ ਲੈਂਥ, ਬ੍ਰੈਡਥ, ਹਾਈਟ ਉਹ ਨੈਗਲੀਜੀਬਲ ਲਵਾਂਗੇ, ਡਾਈਮੈਂਸ਼ਨਲੈਸ ਲਵਾਂਗੇ ਜੀ। ਇਹਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਜੀ। ਆ ਆਪਣੇ ਸੋਰਸ ਹੈ ਜੀ, ਠੀਕ ਹੈ ਜੀ। ਸੋਰਸ ਤੋਂ ਵੇਵ ਚੱਲੀ ਜੀ, ਠੀਕ ਹੈ ਜੀ। ਦੂਸਰੀ ਵੇਵ ਚੱਲੀ, ਹੁਣ ਇਹ ਦੋਨੇ ਪੁਆਇੰਟਾਂ ਨੂੰ ਆਪਾਂ ਨੇ ਇਸ ਤਰ੍ਹਾਂ ਫਿਕਸ ਡਿਸਟੈਂਸ ਵਾਲੇ ਚੁਣ ਲਏ। ਆਪਾਂ ਮੰਨ ਲਓ ਇਹਨਾਂ ਦੀ ਡਿਸਟੈਂਸ ਹੈਗੀ ਹੈ 2 ਸੈਂਟੀਮੀਟਰ, ਤਾਂ ਆਪਾਂ 2 ਸੈਂਟੀਮੀਟਰ ਦਾ ਨੈਕਸਟ ਪੁਆਇੰਟ ਚੁਣ ਲਾਂਗੇ ਜੀ। 2 ਸੈਂਟੀਮੀਟਰ ਦਾ ਨੈਕਸਟ ਪੁਆਇੰਟ, ਨੈਕਸਟ ਪੁਆਇੰਟ, ਨੈਕਸਟ ਪੁਆਇੰਟ, ਨੈਕਸਟ ਪੁਆਇੰਟ। ਤਾਂ ਇਹਨਾਂ ਸਾਰਿਆਂ ਨੂੰ ਆਪਾਂ ਮਿਲਾ ਦਾਂਗੇ ਜੀ। ਮਿਲਾਉਣ ਤੋਂ ਬਾਅਦ ਜਿਹੜਾ ਆਪਣੇ ਸਟਰਕਚਰ ਆ ਗਈ, ਜਿਹੜੀ ਸ਼ੇਪ ਆ ਗਈ, ਦੈਟ ਇਜ਼ ਕਾਲਡ ਵੇਵ ਫਰੰਟ। ਇਹ ਆਪਾਂ ਨੂੰ 2 ਡਾਈਮੈਂਸ਼ਨ ਦੇ ਵਿੱਚ ਸਰਕਲ ਦਿਖ ਰਹੀ ਹੈ, ਪਰ ਜੇ ਆਪਾਂ 3 ਡਾਈਮੈਂਸ਼ਨ ਗੱਲ ਕਰਾਂਗੇ ਇਹ ਕੀ ਬਣੇਗੀ, ਸਫੀਅਰ ਬਣੇਗੀ। ਤਾਂ ਇਹਦਾ ਨਾਮ ਹੈਗਾ ਐਸ ਡਬਲਯੂ एफ। ऐसा मतलब स्फेरिकल, डब्ल्यू मीन वेव, एफ मीन फ्रंट। नेक्स्ट एग्जांपल लवांगे जी, रिपल्स इन वाटर और इन द फॉर्म ऑफ कंसेंट्रिक सर्कल विच आर स्फेरिकल वेव फ्रंट्स। कहंदा जो पानी दे विच रिपल्स बनते ने ओह स्फेरिकल वेव फ्रंट बनते। प्लेन वेव फ्रंट, प्लेन वेव फ्रंट की गल करिए जी, when the small part of a spherical or cylindrical wavefront originates from a distant source like infinity, then the wavefront which is obtained is known as plane wavefront। ਜਦੋਂ ਆਪਾਂ ਦੂਰ ਤੋਂ ਕਿਸੇ ਚੀਜ਼ ਨੂੰ observe ਕਰਾਂਗੇ ਤਾਂ ਜਿਹੜਾ ਵੇਵਫਰੰਟ ਬਣੇਗਾ ਉਹ ਪਲੇਨ ਹੋਏਗਾ। ਇਹਦੀ ਐਗਜ਼ਾਮਪਲ ਆਪਾਂ ਨੇ ਦਿੱਤੀ ਹੈ, ਰੇਜ਼ ਕਮਿੰਗ ਫਰੋਮ ਇਨਫਿਨਿਟੀ ਲਾਈਕ ਸਨ। ਜਦੋਂ ਸਨ ਤੋਂ ਰੇਜ਼ ਆਉਂਦੀਆਂ ਨੇ ਤਾਂ ਜਿਹੜਾ ਵੇਵਫਰੰਟ ਬਣਦਾ ਉਹ ਕੀ ਹੁੰਦਾ, प्लेन वेवफ्रंट बनता जी। ਇਹਦੇ ਵਿੱਚ ਜਿਹੜੇ ਆਹ ਲਾਈਨਸ ਨੇ, ਆਹ ਇਹ ਚੀਜ਼ ਕੀ ਨੇ, ਵੇਵਫਰੰਟ ਨੇ ਜੀ, ਧਿਆਨ ਰੱਖਣਾ। ਤੇ ਆਹ ਜਿਹੜੀ ਚੀਜ਼ ਨੇ ਇਹ ਰੇਜ਼ ਨੇ, ਠੀਕ ਹੈ ਜੀ। ਇਹਨਾਂ ਦੇ ਵਿੱਚ ਐਂਗਲ ਸ਼ਾਰਪ ਤੌਰ ਤੇ ਆਪਾਂ ਨੂੰ ਦਿਖਾਈ ਦੇ ਰਿਹਾ 90 ਦਾ ਐਂਗਲ ਬਣ ਰਿਹਾ ਜੀ, ਠੀਕ ਹੈ ਜੀ। प्लेन वेवफ्रंट ਇਹਨੂੰ ਥੋੜਾ ਜਿਹਾ ਆਪਾਂ ਡੀਪਲੀ ਸਟੱਡੀ ਕਰਨ ਦੀ ਕੋਸ਼ਿਸ਼ ਕਰਾਂਗੇ ਜੀ। ਹਾਂਜੀ, ਇਸ ਤਰ੍ਹਾਂ ਦਾ ਜਿਹੜਾ ਪਲੇਨ ਬੋਲਦੇ ਹਨ ਆਪਾਂ ਪਲੇਨ ਕਿਉਂ ਬੋਲਦੇ ਹਾਂ, ਕਿਉਂਕਿ ਇਸਦੀ ਸਟਰਕਚਰ ਇਸ ਤਰ੍ਹਾਂ ਬਣਦੀ ਹੈ ਜੀ। ਲਾਈਨ ਨੂੰ ਮੂਵ ਕਰਦੇ ਜਾਵਾਂਗੇ ਤਾਂ ਜਿਹੜੀ ਸਟਰਕਚਰ ਬਣ ਗਈ ਇਹ ਪਲੇਨ ਬਣ ਗਈ, ਤਾਂ ਇਹਨੂੰ ਪਲੇਨ ਵੇਵ ਫਰੰਟ ਕਹਿੰਦੇ ਆ। ਪਰ ਜਦੋਂ ਆਪਾਂ ਸਾਈਡ ਵਿਊ ਤੋਂ ਦੇਖਦੇ ਹਾਂ, ਸਾਈਡ ਵਾਈਜ਼ ਦੇਖਦੇ ਹਾਂ, 2 ਡਾਈਮੈਂਸ਼ਨਲ ਕਹਿ ਲਓ, ਸਾਹਮਣੋਂ ਦੇਖਦੇ ਹਾਂ ਤਾਂ ਇਹ ਲਾਈਨ ਇਸ ਤਰ੍ਹਾਂ ਸਟ੍ਰੇਟ ਲਾਈਨ ਸ਼ੋ ਕਰਦਾ ਜੀ। ਇਹਦੇ ਵਿੱਚ ਆਪਾਂ ਕਨਫਿਊਜ਼ ਨਹੀਂ ਹੋਣਾ ਕਿ ਇਹ ਕੀ ਹੈ, ਇਹ ਪਲੇਨ ਵੇਵ ਫਰੰਟ ਹੈ। ਕਲੀਅਰ? ਤਾਂ ਜਦੋਂ ਲਾਈਟ ਪਾਸ ਕਰੇਗੀ, ਨਾਰਮਲੀ ਪਾਸ ਕਰੇਗੀ ਤਾਂ ਇਸ ਤਰ੍ਹਾਂ
ठीक है जी। जे ਆਪਾਂ ਇਹਦੇ ਵਿੱਚ ਦਿਖਾਵਾਂਗੇ ਤਾਂ ਇਸ ਤਰ੍ਹਾਂ, ठीक है जी। cylindrical wavefront, when the source of disturbance is a slit, slit ਦਾ ਮਤਲਬ line source ਹੋਵੇ, then the wavefront is cylindrical because all the points are equidistant from the source and they lie on the surface of the cylinder। ਜੇ ਆਪਣੇ ਲਈ wavefront ਦੀ ਜਿਹੜੀ shape ਹੈ cylinder ਤਰ੍ਹਾਂ ਬਣ ਗਈ ਤਾਂ ਉਹ cylindrical wavefront ਕਹਾਂਗੇ। ਹਾਂਜੀ, ਇਹਨੂੰ ਆਪਾਂ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ। ਇਹ ਆਪਣਾ source ਹੈ ਜੀ, ਜਿਹਦੇ ਵਿੱਚੋਂ ਲਾਈਟ डिस्टरबेंस क्रिएट हो रही है, ठीक है, वेव्स क्रिएट हो रही ने, ठीक है जी। हुण ये वेव्स क्रिएट हो रही ने इस तरह और डायरेक्शन मूव करनगे जी। आपने यह पॉइंट चूज कर लिया, ठीक है जी। आ पॉइंट चूज करने तो बाद इन्हां नूं आपस च मिलाता, ठीक है। इसी तरह सेम आप थले किता, पॉइंट चूज करने तो बाद मिलाता, मिलाने तो बाद जी शेप बन गई, ये सिलेंड्रिकल शेप है, तो इस वेवफ्रंट का नाम की पै गया सिलेंड्रिकल वेव फ्रंट। क्लियर? हाँ जी। नैक्सट ये अपने 3 डायमेंशनली शो करने की कोशिश की है जी। जी हाइजेंस प्रिंसिपल, मोस्ट इंपोर्टेंट टॉपिक। हाइजन एक साइंटिस्ट का नाम है जी, जिन्हें वेव थ्योरी बनाई, अजम्पशन क्रिएट की, स्टेट्स दैट ईच पॉइंट ऑफ ए वेव फ्रंट is the source of secondary wavelets which spread in all directions with the speed of the wave। ਹੁਣ ਆਪਾਂ ਇਹਨੂੰ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ ਜੀ। ਆਪਾਂ ਨੂੰ ਇਹਦੇ ਵਿੱਚੋਂ ਵੇਵ ਫਰੰਟ ਪ੍ਰਾਇਮਰੀ ਦਾ ਪਤਾ ਹੈ, ਉਸ ਤੋਂ ਬਾਅਦ ਸੈਕੰਡਰੀ ਵੇਵਲੈਟਸ ਕਿਵੇਂ ਬਣਦੇ ਨੇ ਆਪਾਂ 1 ਬਾਈ 1 ਡਿਸਕਸ ਕਰਾਂਗੇ। ਸਪੀਡ ਆਫ ਵੇਵ ਦਾ ਪਤਾ ਹੀ ਹੈ, ਜਿੰਨੀ ਸਪੀਡ ਨਾਲ ਵੇਵ ਆਪਣੀ ਮੂਵ ਕਰੀਏ ਦੈਟ ਇਜ਼ ਕਾਲਡ ਦਾ ਸਪੀਡ ਆਫ ਦਾ ਵੇਵ। ਦਾ ਨਿਊ ਵੇਵ ਫਰੰਟ, ਨਿਊ ਵੇਵ ਫਰੰਟ ਦਾ ਮਤਲਬ ਜਿਹੜਾ ਪਹਿਲੇ ਨੂੰ ਛੱਡ ਕੇ ਅਗਲਾ ਬਣਿਆ ਉਹ ਦੈਟ ਇਜ਼ ਕਾਲਡ ਨਿਊ। ओरिजिनल ਤੋਂ ਦੂਸਰਾ ਇਜ਼ ਫਾਰਮਡ ਬਾਈ ਡਰਾਇੰਗ ਏ ਲਾਈਨ। किवें ड्रा करना जी, अपनी टेजेंट ड्रा करनी है, जेडे वेवलेट बननगे सारिਆਂ ਦੇ टेजेंट ड्रा कर दांगे, जेडी शेप बनेगी दैट इज कॉल्ड न्यू वेव फ्रंट। हाँ जी, ये अपना सोर्स है जी। आपां ए तो बी है जिहड़ा अपना शेप है, ये अपना प्राइमरी वेव फ्रंट है भी। अपने इहदे उत्ते आपां 3 पॉइंट चूज कीते ने, पहला, दूजा, तीजा ते चौथा, 4 पॉइंट चूज कर ले जी। हुण अपने ने कहा सी कि प्राइमरी वेव फ्रंट उत्ते जिहड़े पॉइंट होणगे वो सैकेंडरी वेवलेट का काम करनगे। आपां इत्थों कुछ रेडियस आपां डिफाइन करांगे, किस स्पीड नाल वेव मूव करदी है उसनूं उसदे टाइम नाल मल्टीप्लाई करके रेडियस बन जाएगा। उन्ना रेडियस लैके एक सर्कल ड्रा कर देंगे। ये पहला सर्कल तैयार हो गया जी। इस तरह दूजा सर्कल तैयार हो जाएगा, ठीक है जी। इस तरह तीजा सर्कल तैयार होएगा,
ये अपना तीजा सर्कल तैयार हो गया। ये अपना चौथा सर्कल तैयार हो गया। ठीक है जी, इन्हों भी ਆਪਾਂ सर्कल बनाई देने। सर्कल तैयार होने तो बाद इन्हां सारे सर्कल दी टेंजेंट ड्रा करनी है जी। ਆਪਾਂ टेंजेंट ड्रा होगी जी। जेड़ा हमने टेंजेंट ड्रा करके वेव फ्रंट बन गया दैट इज कॉल्ड सेकेंडरी वेव फ्रंट। ये अपना है प्राइमरी, इत्थे आपां पी लिख लांगे जी। आपां प्राइमरी है ते जेड़ा दूसरा तैयार हो गया वो अपना सेकेंडरी हो गया। ठीक है जी, इस तरह आपां तीसरा तैयार कर लांगे जी। इत्थे सर्कल आपां रेडियस जिन्ने टाइम ते आपां फिक्स करना है जी। मान लो T1 टाइम ते सी 5 सेकंड बाद, T2 टाइम है अपना 10 सेकंड बाद। ठीक है, तो उसनू वेलोसिटी नाल मल्टीप्लाई करके रेडियस निकलेगा। रेडियस निकलने तो बाद आप सर्कल ड्रा कर लांगे जी। ये पहला सर्कल तैयार हो गया। इस तरह इस पॉइंट तो दूजा सर्कल तैयार हो जाएगा। ठीक है जी, इस तरह इस पॉइंट तो तीजा सर्कल तैयार हो जाएगा। इस तरह इस पॉइंट तो चौथा सर्कल तैयार। फिर की करना है, इन्हां पॉइंटां दी टेंजेंट खिंचनी है जी। इन्हां पॉइंटां मिला दो। ये अपना जेड़ा वेव फ्रंट तैयार हो गया, टर्शरी वेव फ्रंट तैयार हो गया जी। ठीक है जी, इस तरह अपन डिस्कस करते हैं। नेक्स्ट, when the locus of all the waves is joined which are in the same phase, it will be the same as a sphere and are known as primary wave front. Secondary wave front are formed from each point on the primary wave front. Secondary कितो बनेगा, primary तो बनेगा जी। The common tangential line पहले दस चुके हैं, स्पर्श रेखा that envelops these secondary wave fronts will further give rise to other secondary wave fronts. इस तो बाद tertiary and so on. All wave fronts will gradually में लगातार fade after some time. ये अपन को पता है कि उस समय बाद fade घटते जाएंगे उन्होंने एम्पलीट्यूड। हाँ जी, इस तो आप की कंक्लूड कर सकते हैं जी। अकॉर्डिंग टू हाइजेंस प्रिंसिपल, एवरी पॉइंट ऑन ए वेव फ्रंट गिव राइज टू secondary wavelets which spread out फैलते ने in all the directions with the speed of wave। वेव की स्पीड नाल मूव करते ने। हाँ जी, थोड़ा जिहा आपां नूं होर एक्सप्लेन करने की कोशिश करेंगे। ये सोर्स है अपना जी। ठीक है जी, ये अपना प्राइमरी कह लो, ओरिजिनल वेव फ्रंट कह लो। ठीक है जी, इत्थों आप सर्कल ड्रा किया पहले तो, फिर दूजे तो ड्रा किया, फिर आप तीजे सेंटर मन के ड्रा किया, फिर आप चौथे सेंटर मन के ड्रा किया। इस तरह फिर इस तरह इन्होंने टेंजेंट खिंची। ठीक है जी, दैट इज कॉल्ड न्यू वेव फ्रंट। हाँ जी,
Using Huygens principle, we can determine the new position of wavefront after time t. किसी भी टाइम से ਆਪਾਂ ਹਾਈਜਨ ਪ੍ਰਿੰਸੀਪਲ ਦੀ ਮਦਦ ਨਾਲ ਨਵਾਂ ਵੇਵਫਰੰਟ ਦੀ ਪੋਜੀਸ਼ਨ ਫਾਈਂਡ ਆਊਟ ਕਰ ਸਕਦੇ ਹਾਂ ਜੀ ਮੈਥਮੈਟਿਕਲੀ। ਟੂ ਕੈਲਕੂਲੇਟ ਦ ਨਿਊ ਪੋਜੀਸ਼ਨ ਆਫ ਵੇਵਫਰੰਟ ਆਫਟਰ ਟਾਈਮ t, ਮੰਨ ਲਓ ਆਪਾਂ 10 ਸੈਕਿੰਡ ਬਾਅਦ ਪਤਾ ਕਰਨਾ ਚਾਹੁੰਦੇ ਹਾਂ ਜੀ, ਠੀਕ ਹੈ, ਤਾਂ ਟਾਈਮ ਨੂੰ ਆਪਾਂ ਜਨਰਲਾਈਜ਼ ਕਰ ਲਿਆ t। ਲੈਟ ਦ ਇਨੀਸ਼ੀਅਲ ਟਾਈਮ ti, t ਮੀਨ ਟਾਈਮ, i ਮੀਨ ਇਨੀਸ਼ੀਅਲ, ਆਪਾਂ 0, ਆਪਾਂ ਸਟਾਪ ਆ 0 ਸਟਾਰਟ ਕੀਤੇ ਹੈ ਜੀ, ਠੀਕ ਹੈ ਜੀ। ਈਚ ਵੇਵ ਵਿਲ ਟਰੈਵਲ v equal to ti1 t1 where v is the speed of the wave। हाँ जी, velocity का फार्मूला सारा नु पता जी, distance upon time। तो distance की इक्वल आ गई velocity into time, तो आप vt1 बन गया जी, ठीक है जी। Distance traveled by each wave is equal to the radius of the sphere. Therefore, radius of sphere Vt1, tangent joining all the spheres will give the position of new wavefront at time t is equal to t1। ये अपन already बना के तुम दिखा चुके हैं। Now, there are two possibilities। फर्स्ट इज आउटर टेंजेंट, आउटर टेंजेंट ਆਪਾਂ ਕਰ ਚੁੱਕੇ ਆ। ਇਨਰ टेंजेंट, इनर टेंजेंट ਦੀ ਗੱਲ ਕਰਾਂਗੇ ਤਾਂ ਐਂਪਲੀਟਿਊਡ ਆਫ ਦਾ ਬੈਕ ਵੇਵ ਇਜ਼ 0, देयरफॉर बैक वेव इज नेगलेक्टेड, ਇਹਨੂੰ ਆਪਾਂ नेगलेक्ट ਕਰ ਦਾਂਗੇ, ਠੀਕ ਹੈ ਜੀ। ਦਾ ਫਾਰਵਰਡ ਵੇਵ ਇਜ਼ ਕੰਸੀਡਰਡ ਓਨਲੀ। न्यू वेव फ्रंट will arise from each point on the outer wave front। clear? ਹੁਣ ਆਪਾਂ ਨੈਕਸਟ ਬਣਾਵਾਂਗੇ ਜੀ t2 ਟਾਈਮ ਤੇ। Therefore, the distance covered by these wavefronts Vt21 and again spheres will be obtained, and by drawing common tangent will tell the position of all the new wavefronts after time t2। ਆਪਾਂ tertiary wavefront find out ਕਰਨ ਦੇ ਲਈ ਆਪਾਂ already ਪਹਿਲਾਂ ਦੱਸ ਚੁੱਕੇ ਹਾਂ time t21 t1 t2, ठीक है जी। हाँ जी, ये अपना सोर्स ऑफ लाइट है, ये f1 f2 स्फेरिकल वेव फ्रंट है विद सेंटर o, टाइम t इक्वल टू 0, ठीक है जी। तो ਆਪਾਂ t1 टाइम लिया पहला, t1 टाइम ते वेलोसिटी है वेव दी v, तो रेडियस की होगा जी vt1। तो इन्ना रेडियस लेके ਆਪਾਂ सर्कल मारता, तो इत्थे टेंजेंट ड्रा करती। टेंजेंट ड्रा करने तो बाद अपने लवे इसनों ਆਪਾਂ सेंटर मन्निया, इत्थों ਆਪਾਂ टेंजेंट ड्रा की, ठीक है जी। टेंजेंट ड्रा करने तो बाद आ एनवेलप बन गए। इसका नाम की है G1 G2। एनवेलप ऑफ सेकेंडरी वेवलेट्स arising from f1 f2 produces wavefront in forward direction, ठीक है जी। ਤੇ ਆਪਾਂ d1 d2 ਜੇ ਆਪਾਂ ਬੈਕਵਰਡ ਗੱਲ ਕਰੀਏ ਆਹ that does not exist because amplitude is 0। again back wave is neglected and forward front is considered। This shows that wavefront keeps on spreading, spread होएगा always। last question MCQ, Huygens concept of secondary wave ਕੀ ਕੁਝ ਆਪਾਂ ਨੂੰ ਪ੍ਰੋਵਾਈਡ ਕਰਦਾ ਜੀ ਇਨਫੋਰਮੇਸ਼ਨ ਆਪਾਂ ਦੱਸਾਂਗੇ। allows us to focal length of thin length, no। is a geometrical method, yes, is a geometrical method to find a wavefront। is used to determine the velocity of light, is used to explain polarization, no। thanks to all। ਕਿਸੇ ਵੀ ਬੱਚੇ ਦਾ ਕੋਈ ਡਾਊਟ ਹੋਵੇ ਬੇਟਾ ਆਪਣਾ WhatsApp ਨੰਬਰ ਤੇ ਮੈਨੂੰ ਆਪਣਾ